ਧੰਨ ਵਾਹਿਗੁਰੂ ਸਾਹਿਬ ਜੀਓ। ਜਿਹੋ ਜਾਣਾ ਆਖਾਂ ਨਹੀਂ, ਕਹਿਣਾ ਕਥਨ ਨ ਜਾਈ। ਗੁਰਾ ਇਕ ਦੇਹ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ। ਸੋ ਮੈਂ ਵਿਸਰ ਨਾ ਜਾਈ, ਸਭਨਾ ਜੀਆਂ ਕਾ ਇਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਮੈਂ ਮੂਰਖ ਕੀ ਕੀਤਕ ਬਾਤ ਹੈ, ਕੋਟ ਪਰਾਤੀ ਤਰਿਆਰੀ। ਗੁਰ ਨਾਨਕ ਜਿਨ ਸੁਣਿਆ ਵੇਖਿਆ, ਸੇ ਫਿਰ ਗਰਭਾਸ ਨ ਭਰਿਆ ਰੇ। ਸਤਿਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਪਾਂਚ ਤਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ। ਪਾਂਚ ਤਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ। ਜੇਤੇ ਉਪਜਿਓ ਨਾਨਕਾ, ਲੀਨ ਤਾਹੇ ਮਹਿਮਾਨ। ਜੇਤੇ ਉਪਜਿਓ ਨਾਨਕਾ, ਲੀਨ ਤਾਹੇ ਮਹਿਮਾਨ। ਗਰੀਬ ਨਵਾਜ਼ ਵਾਲੀ ਗੁਲ ਆਲਾ, ਸ਼ਾਹੇ ਸ਼ਹਿਨਸ਼ਾਹ, ਪਾਤਸ਼ਾਹਾਂ ਦੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸੁਭਾਈਮਾਨ ਸਤ ਸੰਗੀ ਜਨੋ। ਵੱਡ ਭਾਗੇ ਖਾਂ ਨਿਰੰਕਾਰੀ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਗਤ ਵਿੱਚ ਬੈਠ ਕੇ ਆਪ ਜੀ ਨੇ ਰੱਬੀ ਬਾਣੀ ਦਾ ਕੀਰਤਨ ਗੁਰਮੁਖ ਪਿਆਰਿਆਂ ਪਾਸੋਂ ਸਰਵਣ ਕੀਤਾ। ਸਤਿਗੁਰ ਦਾਤਾ ਰਹਿਮਤ ਕਰੇ, ਬਖਸ਼ਿਸ਼ ਕਿਰਪਾ ਕਰੇ। ਬਾਣੀ ਸਾਡੇ ਜੀਵਨ ਦਾ ਆਧਾਰ ਬਣ ਜਾਏ, ਗੁਰਬਾਣੀ ਦੇ ਆਸਰੇ ਸਾਨੂੰ ਜਿਉਣਾ ਆ ਜਾਏ। ਗੁਰਬਾਣੀ ਅਨੁਸਾਰ ਸਾਨੂੰ ਆਪਣਾ ਜੀਵਨ ਹੰਢਾਉਣਾ ਆ ਜਾਏ। ਇਹ ਅਰਦਾਸ ਚਰਨਾਂ ਵਿੱਚ ਕਰੀਏ। ਬੜੀਆਂ ਇਹੋ ਘਾਟਾਂ ਨੇ ਸਾਡੇ ਵਿੱਚ, ਕਿਤੇ ਨਾ ਕਿਤੇ ਉਹਨਾਂ ਘਾਟਾਂ ਕਰਕੇ ਮਨ ਜਿਹੜਾ ਸਾਡਾ ਡੋਲ ਜਾਂਦਾ। ਮਨ ਡੋਲਿਆ ਤਨ ਡੋਲਿਆ। ਇਸ ਕਰਕੇ ਮਨ ਨੂੰ ਪੱਕਾ ਕਰਨ ਦੇ ਲਈ, ਮਨ ਨੂੰ ਦ੍ਰਿੜ ਭਰੋਸਾ ਪੂਰਨ ਦਿਵਾਉਣ ਦੇ ਲਈ ਆਪਾਂ ਗੁਰਬਾਣੀ ਪੜ੍ਹਦੇ ਹਾਂ। ਫਿਰ ਗੁਰੂ ਕਿਰਪਾ ਕਰਦਾ ਹੈ, ਡੋਲਣ ਤੇ ਰੱਬ ਪ੍ਰਭੂ ਨਾਨਕ ਦੇ ਕਰ ਹੱਥ। ਸਾਡੇ ਡਿੱਗਦੇ ਢਹਿੰਦੇ ਹੋਏ ਮਨ ਨੂੰ ਫਿਰ ਉਹ ਚੜ੍ਹਦੀ ਕਲਾ ਵਾਲੇ ਪਾਸੇ ਲੈ ਕੇ ਚਲਾ ਜਾਂਦਾ।
ਬਾਣੀ ਪੜ੍ਹਨੀ ਹੀ ਇਸੇ ਕਰਕੇ ਵੀ ਆਪਾਂ ਚੜ੍ਹਦੀ ਕਲਾ ਵਿੱਚ ਰਹੀਏ, ਡੋਲੀਏ ਨਾ। ਡੋਲਣ ਦੇ ਕਈ ਕਾਰਨ ਹੋ ਸਕਦੇ ਆ, ਇੱਕ ਨਹੀਂ। ਹਰੇਕ ਕਾਰਨ ਦੁੱਖ ਆ ਜੇ ਬੰਦੇ ਕੋਲ ਤਾਂ ਡੋਲ ਜਾਂਦਾ, ਹੱਥ ਵਿੱਚੋਂ ਕੁਝ ਨਿਕਲ ਜਾਵੇ ਤਾਂ ਡੋਲ ਜਾਂਦਾ, ਪੈਸਾ ਚਲਾ ਗਿਆ, ਘਰ ਚਲਾ ਗਿਆ, ਜ਼ਮੀਨ ਚਲੀ ਗਈ, ਜਾਇਦਾਦ ਚਲੀ ਗਈ ਤਾਂ ਵੀ ਡੋਲ ਜਾਂਦਾ। ਅਨੇਕਾਂ ਕਾਰਨ ਨੇ। ਸੋ ਆਪਾਂ ਗੁਰੂ ਦੀ ਬਾਣੀ ਪੜ੍ਹਦੇ ਹਾਂ, ਸਤਿਗੁਰੂ ਜੀ ਕਹਿੰਦੇ ਆ ਤੂੰ ਅਡੋਲ ਗੁਰੂ ਨਾਲ ਜੁੜਿਆ, ਉਸ ਮੈਰਾਨ ਗੁਰੂ ਦੇ ਨਾਲ ਜੁੜਿਆ ਜਿਹੜਾ ਨਾ ਆਪ ਡੋਲਦਾ ਨਾ ਕਿਸੇ ਨੂੰ ਡੋਲਣ ਦਿੰਦਾ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਕਹੀ ਮੈਂ ਤੇਰੀ, ਜਿੰਨਾ ਤੇਰਾ ਆਸਰਾ ਲਿਆ, ਜਿੰਨਾ ਤੇਰਾ ਸਹਾਰਾ ਲਿਆ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਤੀ ਹਰ ਮੇਰੀ, ਉਹਦੀ ਤੂੰ ਰੱਖਿਆ ਕਰਦਾ। ਤੂੰ ਕਿਰਪਾ ਕਰਦਾ ਰੱਖੋ ਰੱਖਣਹਾਰ, ਦਿਆਤਾ ਨਾਨਕ ਕਰਕੇ ਗੋਲੇ। ਤੂੰ ਆਪਣੇ ਘਰ ਦੇ ਗੋਲੇ ਬਣਾ ਕੇ ਸਾਡੀ ਰੱਖਿਆ ਕਰਦਾ, ਤੇ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਗੋਲਾ ਬਣਦਾ, ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਨੌਕਰ ਬਣਦਾ, ਚੇਤੇ ਰੱਖਣਾ ਉਹ ਫਿਰ ਬਾਹਰ ਦੇ ਬੰਦੇ ਦੀ ਮੁਤਾਜਗੀ ਨਹੀਂ ਕਰਦਾ, ਉਹ ਫਿਰ ਬਾਹਰ ਕਿਸੇ ਦੇ ਭਰੋਸੇ ਤੇ ਨਹੀਂ ਜੰਮਦਾ, ਉਹ ਸਿਰਫ ਗੁਰੂ ਨਾਨਕ ਪਾਤਸ਼ਾਹ ਦੇ ਭਰੋਸੇ ਤੇ ਜੰਮਦਾ। ਸੋ ਆਓ ਸਤਿਗੁਰ ਦਾਤਾ ਕਿਰਪਾ ਕਰੇ, ਇਹ ਭਰੋਸਾ ਦ੍ਰਿੜ ਵਿਸ਼ਵਾਸ ਸਾਡਾ ਬਣਦਾ, ਤੇ ਆਪਾਂ ਜਿਹੜੀਆਂ ਸਾਡੇ ਅੰਦਰ ਘਾਟਾਂ ਨੇ, ਕਮੀਆਂ ਨੇ, ਉਹ ਬਾਣੀ ਪੜ੍ਹ ਕੇ ਆਪਾਂ ਦੂਰ ਕਰੀਏ। ਆਓ ਗੁਰ ਤੇਗ ਬਹਾਦਰ ਸਿਮਰਿਆ, ਘਰ ਨੌ ਨਿਤ ਆਵੈ ਧਾਏ, ਸਭ ਥਾਈਂ ਹੋਏ ਸਹਾਏ ਸਤਿਗੁਰ ਜੀ। ਉਹਨਾਂ ਦੀ ਪਾਵਨ ਬਾਣੀ ਸ਼ਲੋਕ ਮਹਲਾ ਨਵਾਂ। ਅਕਸਰ ਸਾਡਾ ਵਾਸਤਾ ਇਹਦੇ ਨਾਲ ਰੋਜ਼ ਹੀ ਪੈਂਦਾ, ਘਰ ਵਿੱਚ ਅਖੰਡ ਸਾਹਿਬ ਰਖਵਾਈਏ, ਭੋਗ ਵਾਲੇ ਦਿਨ ਆਪਾਂ ਬੜੇ ਪਿਆਰ ਨਾਲ ਪੜ੍ਹਦੇ ਹਾਂ, ਗੁਰਦੁਆਰੇ ਕੋਈ ਪਾਠ ਆਪਾਂ ਆਰੰਭ ਕਰਵਾਈਏ ਤਾਂ ਆਪਾਂ ਇਹ ਸ਼ਲੋਕ ਪੜ੍ਹਦੇ ਹਾਂ। ਕਈ ਵਾਰ ਤੇ ਆਪਣੀ ਮੌਜ ਵਿੱਚ ਵੀ ਕਈ ਵਾਰ ਬੰਦਾ ਪੜ੍ਹ ਲੈਂਦਾ। ਕਹਿਣ ਵਾਲੇ ਇਹ ਵੀ ਕਹਿੰਦੇ ਆ ਕਿ ਮੈਂ ਰੋਜ਼ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਪੜ੍ਹਦਾ, ਉਹ ਆਪਣੀ ਮੌਜ ਹੈ, ਉਹ ਆਪਣਾ ਆਨੰਦ ਹੈ। ਸੋ ਆਓ ਜਿੱਥੇ ਆਪਾਂ ਪੜ੍ਹਦੇ ਹਾਂ, ਸਤਿਗੁਰੂ ਜੀ ਕਹਿੰਦੇ ਉੱਥੇ ਨਾਲ ਸਮਝਣਾ ਵੀ ਚਾਹੀਦਾ। ਪੜ੍ਹਿਆ ਸਿਰਫ ਪੜ੍ਹਨ ਤੱਕ ਸੀਮਤ ਰਹਿ ਜਾਂਦਾ, ਸਮਝਿਆ ਮਨ ਕਿਰਪੇ ਦੇ ਅੰਦਰ ਵਸ ਜਾਂਦਾ। ਪੜ੍ਹਦਾ ਬੜਾ ਪੜ੍ਹਨ ਦੀਆਂ ਬੇਹੱਦ ਤੋਂ ਜ਼ਿਆਦਾ ਪੰਕਤੀਆਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਨੇ, ਸਿਰਫ ਇੱਕੋ ਪੰਕਤੀ ਦਾ ਸਹਾਰਾ ਲਵਾਂ। ਸਤਿਗੁਰੂ ਜੀ ਕਹਿੰਦੇ ਆ ਜੀ ਪੜ੍ਹ ਕੇ ਜੀਵਨ ਚੇਂਜ ਹੀ ਨਹੀਂ ਹੋਇਆ। ਪੜ੍ਹਦੀ ਤਾਂ ਦੁਨੀਆ ਤੁਰੀ ਹੋਈ ਆ ਰਹੀ ਸੀ, ਪਰ ਤੂੰ ਹੀ ਪੜ੍ਹੀ ਗਿਆ ਤੇ ਉਹਨਾਂ ਵਿੱਚ ਵੀ ਤੇਰੇ ਵਿੱਚ ਵੀ ਫਾਇਦਾ ਕੋਈ ਫਰਕ ਤੇ ਨਾ ਹੋਇਆ। ਇੱਕ ਬਚਨ ਹੈ ਸਤਿਗੁਰੂ ਜੀ ਦਾ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ। ਪਾਠ ਉਹ ਵੀ ਪੜ੍ਹਦਾ, ਵੇਦਾਂ ਨੂੰ ਉਹ ਵੀ ਵਿਚਾਰਦਾ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ। ਅੱਗੇ ਸਤਿਗੁਰੂ ਜੀ ਕਹਿੰਦੇ ਪੰਜ ਜਨਾਂ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਵਾਧੇ। ਕਿ ਤੂੰ ਛੁੱਟ ਗਿਆ ਵਿਕਾਰਾਂ ਤੋਂ, ਕਿ ਤੂੰ ਛੁੱਟ ਗਿਆ ਉਹਨਾਂ ਬੰਦਸ਼ਾਂ ਤੋਂ ਜਿਹੜੀਆਂ ਤੇਰੇ ਗਲ ਵਿੱਚ ਫਾਕੀ ਦੀ ਤਰ੍ਹਾਂ ਪਈਆਂ ਹੋਈਆਂ ਨੇ। ਨਾਨਕ ਨਾਸੀ ਗੱਲ ਪੜੀ ਜਿਹੜੀ ਤੇਰੇ ਗਲ ਵਿੱਚ ਪਈ ਹੋਈ ਹੈ, ਕਿ ਉਹਨਾਂ ਤੋਂ ਛੁੱਟ ਗਿਆ। ਪੜ੍ਹ ਵੀ ਲੈਂਦਾ ਸੀ, ਵਿਚਾਰ ਵੀ ਲੈਂਦਾ ਸੀ, ਪਰ ਧਾਰਨ ਨਹੀਂ ਸੀ ਕਰਦਾ। ਤੇ ਸਤਿਗੁਰੂ ਜੀ ਕਹਿੰਦੇ ਆ ਪਿਆਰੇ, ਇਨ ਬਿਨ ਮਿਲਣ ਨਾ ਜਾਈ। ਆ ਜੋ ਕੁਝ ਤੂੰ ਕਰਦਾ ਨਾ ਮੇਰੇ ਪਿਆਰੇ ਭਰਾ, ਇਨ ਬਿਨ ਮਿਲਣ ਨਾ ਜਾਈ। ਪਿਆਰੇ ਇਨ ਬਿਨ ਮਿਲਣ ਨਾ ਜਾਈ। ਕੀ ਇਹ ਕਰਮ ਅਨੇਕਾਂ, ਪੜ੍ਹ ਕੇ ਮੈਂ ਕਰਮ ਵੀ ਬੜੇ ਕਰ ਲਏ। ਕਿਤੇ ਮੈਂ ਪੁੰਨ ਕੀਤਾ, ਕਿਤੇ ਮੈਂ ਦਾਨ ਕੀਤਾ, ਕਿਤੇ ਮੈਂ ਪੂਜਾ ਬੜੀਆਂ ਕੀਤੀਆਂ, ਪਰ ਉਹਦੇ ਵਿੱਚੋਂ ਅਸਲ ਮੈਂ ਤੇਰੀ ਕੀਰਤ ਨਹੀਂ ਲੱਭ ਸਕਿਆ। ਅਸਲ ਤੇਰੀ ਕੀਰਤ ਜਿਹੜੀ ਸੀ,
ਜਿਹਨੂੰ ਪੜ੍ਹ ਕੇ ਮੈਨੂੰ ਮਾਣ ਮਹਿਸੂਸ ਹੋਵੇ, ਤੇਰੀ ਵਡਿਆਈ ਤੇਰੀ ਪ੍ਰਸ਼ੰਸਾ ਜਿਹਦੇ ਵਿੱਚ ਹੁੰਦੀ ਹੋਵੇ, ਉਹ ਚੀਜ਼ ਤਾਂ ਮੈਂ ਕਦੀ ਪੜ੍ਹੀ ਹੋਈ ਨਹੀਂ। ਜੇ ਕਿਤੇ ਮੈਂ ਉਹ ਪੜ੍ਹ ਲੈਂਦਾ ਤੇ ਸੱਚ ਵਿੱਚ ਮੇਰਾ ਪੁੰਨ ਦਾਨ ਪੂਜਾ ਪਰਮੇਸ਼ਰ ਹੋ ਜਾਂਦਾ। ਜਿਵੇਂ ਅੱਜ ਤੁਸੀਂ ਹੁਕਮਨਾਮੇ ਦੇ ਰੂਪ ਵਿੱਚ ਬਚਨ ਪੜ੍ਹਿਆ ਨਾ, ਉਹਦੇ ਵਿੱਚ ਬਚਨ ਆਉਂਦਾ ਹੈ ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ। ਗੱਲ ਤਾਂ ਪੜ੍ਹ ਕੇ ਪਿਆਰਿਆ ਤਤ ਦੀ ਕੱਢਣੀ ਸੀ, ਤੂੰ ਤਤ ਕੱਢ ਹੀ ਨਹੀਂ ਸਕਿਆ। ਹੁਣ ਆ ਕੇ ਕਿ ਮੈਂ ਰਿੜਕਣਾ ਹੈ, ਦੁੱਧ ਨੂੰ ਰਿੜਕੀ ਜਾਵਾਂ ਤੇ ਆਖਾਂ ਕਿ ਉਹਦੇ ਵਿੱਚ ਤਤ, ਹਾਲਾਂਕਿ ਤਤ ਦੁੱਧ ਵਿੱਚ ਹੀ ਹੈ, ਪਰ ਪਹਿਲਾਂ ਵੀ ਤਾਂ ਕੁਝ ਕਰਨਾ ਪੈਂਦਾ ਨਾ। ਗਰਮ ਕਰਕੇ ਉਹਨੂੰ ਠੰਡਾ ਕਰਕੇ ਤੇ ਜਾਗ ਲਾਈ ਜਾਂਦੀ ਹੈ, ਫਿਰ ਉਹ ਜੰਮਦਾ। ਜਦੋਂ ਉਹ ਜੰਮਦਾ ਅਗਲੇ ਦਿਨ ਦੁੱਧ ਦੇ ਵਿੱਚ ਮਧਾਣੀ ਪਾਈ ਜਾਂਦੀ ਹੈ ਤੇ ਮਧਾਣੀ ਪਾ ਕੇ ਉਹਨੂੰ ਰਿੜਕਿਆ ਜਾਂਦਾ ਹੈ। ਰਿੜਕ ਕੇ ਉਹਦੇ ਵਿੱਚੋਂ ਫਿਰ ਤੱਤ ਨਿਕਲਦਾ। ਇਸ ਤਰ੍ਹਾਂ ਬੰਦਾ ਜਾਗ ਨਾ ਲਾਏ ਤੇ ਮਧਾਣੀ ਪਾ ਛੱਡੇ ਵਿੱਚ ਚੱਲੀ ਜਾਏਗੀ ਸਾਰਾ ਦਿਨ। ਜਾਂ ਤੇ ਕਈ ਤਾਂ ਇਹੋ ਜਿਹੇ ਵੀ ਆ, ਮਾਫ ਕਰਨਾ, ਜਿਨ੍ਹਾਂ ਨੂੰ ਸਮਝ ਨਹੀਂ ਹੁੰਦੀ, ਉਹ ਕਈ ਵਾਰ ਪਾਣੀ 'ਚ ਮਧਾਣੀ ਪਾ ਕੇ ਬੈਠੇ ਰਹਿੰਦੇ ਆ। ਹੁਣ ਉਹਦੇ ਵਿੱਚੋਂ ਕੀ ਲੱਭੇ ਉਹਨਾਂ ਨੂੰ, ਕਿਉਂਕਿ ਸਮਝ ਹੀ ਨਹੀਂ ਹੈ। ਹਰ ਕੀਰਤ ਤਤ ਵਿਚਾਰੇ, ਗੱਲ ਤਾਂ ਵਿਚਾਰ ਦੀ ਸੀ, ਤਤ ਲੱਭਣ ਦੀ ਸੀ, ਵਿਚਾਰ ਕੇ ਲੱਭਣਾ ਸੀ। ਆਪਾਂ ਵਿਚਾਰ ਕੇ ਲੱਭੀ ਪਿਆਰੇ। ਫਿਰ ਸਤਿਗੁਰੂ ਜੀ ਨੂੰ ਕਹਿਣਾ ਪੈ ਗਿਆ, ਪਿਆਰੇ ਇਨ ਬਿਨ ਮਿਲਣ ਨਾ ਜਾਈ, ਇਹਨਾਂ ਜੁਗਤੀਆਂ ਨਾਲ ਮਿਲਿਆ ਕਰਨਾ। ਢੰਗ ਤੂੰ ਬੜੇ ਕਰਦਾ, ਯਤਨ ਤੂੰ ਬੜੇ ਕਰਦਾ ਮਿਲਣ ਦੇ। ਮੈਂ ਕੀਏ ਕਰਮਾਂ ਅਨੇਕਾ, ਫਿਰ ਸਤਿਗੁਰ ਮੈਂ ਕਰਾਂ ਕੀ, ਹਾਰ ਕਰਿਓ ਸੁਆਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾ। ਮੈਨੂੰ ਬੁੱਧ ਦਿਓ ਤੁਸੀਂ, ਮੈਨੂੰ ਮੱਤ ਦਿਓ ਤੁਸੀਂ, ਮੈਂ ਕੀ ਕਰਾਂ ਫਿਰ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸਾਨੂੰ ਮੱਤਾਂ ਦਿੱਤੀਆਂ ਨੇ, ਸਤਿਗੁਰੂ ਜੀ ਨੇ ਸਿਖਾਇਆ ਹੈ। ਵੇਖੀ ਕਿਤੇ ਸਲੋਕ ਪੜ੍ਹਦਾ ਹੀ ਨਾ ਰਹਿ ਜੀ, ਇੱਕ ਇੱਕ ਸਲੋਕ ਤੇਰੇ ਜੀਵਨ ਦਾ ਅੰਗ ਬਣਦਾ। ਜੇ ਮੈਂ ਅਕਸਰ ਇੱਕ ਬੇਨਤੀ ਕਰਦਾ ਹੁੰਦਾ, ਜਪਜੀ ਸਾਹਿਬ ਪੜ੍ਹਨ ਤੱਕ ਸੀਮਤ ਨਾ ਰੱਖੋ, ਮਾਫ ਕਰਨਾ। ਆਪਾਂ ਸਿਰਫ ਬਾਣੀ ਪੜ੍ਹਨ ਤੱਕ ਸੀਮਤ ਰੱਖ ਲਿਆ। ਜਾਂ ਮੈਂ ਇੱਕ ਉਦਾਹਰਨ ਦਿਆਂ, ਬੱਚੇ ਨੇ ਕਿਤਾਬਾਂ ਖਰੀਦੀਆਂ ਤੇ ਬੈਗ ਪਾਣ ਜੋਗੀ ਰੱਖ ਲਈਆਂ। ਉਹਨੇ ਘਰੋਂ ਚੁੱਕਦਾ ਸਕੂਲ ਤੱਕ, ਉੱਥੋਂ ਬੈਗ ਚੁੱਕਦਾ ਫਿਰ ਘਰ ਲਿਆ ਕੇ ਰੱਖ ਦਿੰਦਾ, ਪੜ੍ਹਦਾ ਇੱਕ ਦਿਨ ਵੀ ਨਹੀਂ। ਸਾਡੇ ਨਾਲ ਵੀ ਇਸ ਤਰ੍ਹਾਂ ਹੀ ਹੋ ਰਿਹਾ। ਆਪਾਂ ਗੁਟਕਾ ਸਾਹਿਬ ਘਰ ਰੱਖਿਆ, ਉਹ ਉਸੇ ਤਰ੍ਹਾਂ ਦੇ ਪਏ ਆ। ਉਹਦੇ ਵਿੱਚ ਇੱਕ ਵੀ ਗੱਲ ਆਪਾਂ ਸਿੱਖ ਨਹੀਂ ਪਾਉਂਦੇ। ਕੋਈ ਗੁਰਮਤਿ ਦੇ ਸਿਧਾਂਤ ਦੇ ਨਾਲ ਸੰਬੰਧਿਤ ਕੋਈ ਕਿਤਾਬ ਸਾਡੇ ਘਰ ਪਈ ਹੋਵੇ, ਉਹਨੂੰ ਭਾਵੇਂ ਪਈ ਦੇ ਉੱਤੇ ਧੂੜਾਂ ਜੰਮ ਗਈਆਂ ਹੋਣ, ਸਾਫ਼ ਕਰਦਿਆਂ ਵੀ ਨਾ ਭਾਵੇਂ ਲੈਂਦੀਆਂ ਹੋਣ, ਉਹਦੇ ਵਿੱਚੋਂ ਸਿੱਖਿਆ ਕੀ ਹੈ। ਗੁਰਦੁਆਰੇ ਭਾਵੇਂ ਰੋਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਵੇ ਤੇ ਆਪਾਂ ਗੁਰੂ ਦੀ ਆ ਕੇ ਗੱਲ ਹੀ ਨਾ ਸੁਣ ਸਕੀਏ ਤੇ ਫਿਰ ਚੇਤੇ ਰੱਖਣਾ ਕਹਾਣੀ ਕੀ ਬਣੇਗੀ ਸਾਡੀ। ਇਸ ਕਰਕੇ ਜਪਜੀ ਸਾਹਿਬ ਪੜ੍ਹਨ ਤੱਕ ਸੀਮਤ ਨਹੀਂ ਹੈ, ਵਿਚਾਰਨ ਤੱਕ, ਉਹਨੂੰ ਸਮਝਣ ਤੱਕ ਵੀ ਆਪਣੀ ਹਿਰਦੇ 'ਚ ਲਿਆਈਏ ਗੱਲ ਕਿ ਆਪਾਂ ਸਮਝੀਏ ਵੀ। ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਜਿਹਦੇ ਇਹ ਪਾਵਨ ਸਲੋਕ, ਇਕੱਲੇ ਸਲੋਕ ਹੀ ਨਹੀਂ ਹੈ, ਇਹਨਾਂ ਨੂੰ ਇਕੱਲੇ ਸਲੋਕ ਨਾ ਪੜ੍ਹੋ ਕਿ ਵੀ ਇਹ ਇਕੱਲੇ ਅੱਖਰ ਆ। ਮੇਰੇ ਵਰਗਾ ਸੋਚਦਾ ਕਿ ਅੱਖਰ ਹੀ ਆ। ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਆ ਨਹੀਂ, ਅੱਖਰੀ ਗਿਆਨ ਗੀਤ ਗੁਣ ਗਾਹ। ਅੱਖਰਾਂ ਦੇ ਨਾਲ ਹੀ ਤੂੰ ਗਿਆਨ ਦੇ ਗੀਤ ਨੂੰ ਸਮਝ ਸਕਦਾ। ਜੇ ਅੱਖਰੀ ਨਾ ਹੋਣਗੇ ਤਾਂ ਫਿਰ ਤੂੰ ਕੀ ਕਰੇਗਾ। ਪਰ ਦੂਜੀ ਗੱਲ ਇਹ ਵੀ ਹੈ, ਭਗਤ ਕਬੀਰ ਜੀ ਕਹਿੰਦੇ ਇਹ ਉਹ ਅੱਖਰ ਨਾ ਹੈ ਜੋ ਖਿਰ ਜਾਣਗੇ, ਇਹ ਉਹ ਅੱਖਰ ਵੀ ਨਹੀਂ ਜਿਹੜੇ ਖਿਰ ਜਾਣਗੇ, ਜਿਨ੍ਹਾਂ ਦਾ ਕੋਈ ਮਤਲਬ ਹੀ ਨਹੀਂ ਹੈ, ਜਿਨ੍ਹਾਂ ਦਾ ਕੋਈ ਸਿਧਾਂਤ ਹੀ ਨਹੀਂ ਹੈ। ਇਹ ਉਹ ਅੱਖਰ ਨਹੀਂ ਹੈ, ਇਹ ਉਹ ਅੱਖਰ ਨਹੀਂ ਜਿਹੜੇ ਭਾਈ ਕਾਨਾ ਪੀਲੂ ਛੱਜੂ ਸਾਹ ਹੁਸੈਨ ਲੈ ਕੇ ਆਏ, ਉਹਨਾਂ ਦੇ ਅੱਖਰ ਤੇ ਇਹਨਾਂ ਅੱਖਰਾਂ ਦੇ ਵਿੱਚ ਪਾਈ ਹੋਏ। ਇਹ ਉਹ ਅੱਖਰ ਹੀ ਨਹੀਂ, ਇਹ ਉਹ ਅੱਖਰ ਨਹੀਂ ਜਿਹੜੇ ਬਾਬਾ ਪ੍ਰੀਤੀਆ ਜੀ ਆਪ ਲਿਖ ਕੇ ਕਹਦੇ ਕਿ ਬਾਣੀ ਹੈ, ਇਹ ਉਹ ਅੱਖਰ ਨਹੀਂ। ਇਹ ਉਹ ਅੱਖਰ ਨੇ ਜਿਹੜੇ ਚੇਤੇ ਰੱਖਣਾ ਗੁਰੂ ਨਾਨਕ ਪਾਤਸ਼ਾਹ ਦੇ ਹਿਰਦੇ ਚੋਂ ਨਿਕਲਿਆ।
ਰੱਬ ਦੀ ਆਵਾਜ਼ ਬਣ ਕੇ ਨਿਕਲਿਆ, ਨਿਰੰਕਾਰ ਦੇ ਬੋਲ ਨਿਕਲਿਆ। ਤਾਂ ਹੀ ਸਤਿਗੁਰ ਕਹਿੰਦੇ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ, ਗਿਆਨ ਵੇ ਲਾ ਲੋ। ਜਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੇਰਾ ਨਹੀਂ ਧੁਰ ਕੀ ਬਾਣੀ ਆਈ ਹੈ। ਇਹਨਾਂ ਅੱਖਰਾਂ ਨੂੰ ਆਮ ਇਨਸਾਨ ਦੇ ਅੱਖਰ ਨਾ ਸਮਝੋ, ਇਹਨਾਂ ਨੂੰ ਧੁਰ ਕੇ ਅੱਖਰ ਸਮਝੋ। ਇਹ ਜਿਹੜੇ ਬਣੇ ਬਣੇ ਤੁਹਾਡੇ ਨਾਲ ਸਾਂਝੇ ਕਰ ਰਹੇ ਆ, ਇਹ ਸਿਰਫ ਇਹ ਦੁਨਿਆਵੀ ਅੱਖਰ ਨਹੀਂ, ਇਹ ਰੱਬ ਦੇ ਬੋਲ ਨੇ ਤੇ ਰੱਬ ਤੁਹਾਡੇ ਨਾਲ ਬੋਲ ਕੇ ਤੁਹਾਨੂੰ ਸਮਝਾ ਰਿਹਾ। ਨਿਰੰਕਾਰ ਆਪ ਬੋਲ ਰਿਹਾ, ਕਹਿ ਰਿਹਾ ਨਾ ਸਤਿਗੁਰੂ ਜੀ ਹੂੰ ਆਪੋ ਬੋਲ ਨਾ ਜਾਣਦਾ, ਮੈਂ ਤਾਂ ਕੁਝ ਵੀ ਨਹੀਂ ਜਾਣਦਾ, ਮੈਂ ਤਾਂ ਸਿਰਫ ਇੰਨਾ ਜਾਣਦਾ ਕਿ ਕਥਨਾ ਕਰੜਾ ਸਾਰ, ਉਹਨੂੰ ਕਥਨਾ ਬੜਾ ਔਖਾ ਹੈ, ਬੜਾ ਸ੍ਰੇਸ਼ਟ ਰੱਬ ਹੈ, ਉਹ ਕਥਨੀ ਵਿੱਚ ਨਹੀਂ ਆਉਂਦਾ। ਪਰ ਨਾਲ ਇਹ ਵੀ ਕਹਿੰਦੇ ਆ ਹੂੰ ਆਪੋ ਬੋਲ ਨਾ ਜਾਣਦਾ, ਸਭ ਮੈਂ ਕਹਿਆ ਸਭ ਹੁਕਮਾਓ ਜੀਓ। ਜੋ ਉਹਦਾ ਆਰਡਰ ਹੋਇਆ, ਜੋ ਉਹਦਾ ਹੁਕਮ ਹੋਇਆ, ਮੈਂ ਸਿਰਫ ਉਹੀ ਕਿਹਾ। ਤੇ ਇਹਨਾਂ ਨੂੰ ਬਚਨਾਂ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਿਰਫ ਅੱਖਰ ਨਾ ਜਾਣੋ, ਪੜ੍ਹਨ ਤੱਕ ਸੀਮਤ ਨਾ ਰੱਖੋ, ਸਮਝਣ ਵਿਚਾਰਨ ਤੇ ਉਹਦੇ ਵਿੱਚੋਂ ਆਪਣੀ ਜ਼ਿੰਦਗੀ ਦਾ ਕੁਝ ਤੱਤ ਲੱਭਣ ਦੀ ਆਪਾਂ ਜਿਹੜੀ ਆ ਜਿਹੜਾ ਯਤਨ ਕਰਨਾ। ਤੇ ਅੱਜ ਕੁਝ ਤੱਤਾਂ ਦੀ ਗੱਲ ਗੁਰੂ ਤੇਗ ਬਹਾਦਰ ਮਹਾਰਾਜ ਸਾਡੇ ਨਾਲ ਕਰਦੇ ਆ। ਮੈਂ ਇਸੇ ਵਿਸ਼ੇ ਵੱਲ ਆਉਣਾ ਸੀ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਪਾਂਚ ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ। ਦੁਨੀਆ ਦੇ ਉੱਤੇ ਆਪਾਂ ਵੇਖਦੇ ਆ ਜਾਨਵਰਾਂ ਦੇ ਵਿੱਚੋਂ ਬਾਂਦਰ ਬੜਾ ਚਤੁਰ ਹੁੰਦਾ ਹੈ, ਬੜਾ ਚਲਾਕ, ਬੜਾ ਚੁਸਤ ਹੁੰਦਾ ਹੈ। ਤੇ ਜਿਹੜਾ ਬੰਦਾ ਇਹੋ ਜਿਹੀਆਂ ਚਲਾਕੀਆਂ ਵਰਤਦਾ ਹੈ, ਸਤਿਗੁਰੂ ਜੀ ਨੇ ਕਈ ਵਾਰ ਉਹਦੀ ਤੁਲਨਾ ਬਾਂਦਰ ਦੀ ਨਾਲ ਹੀ ਕੀਤੀ ਵੀ ਤੇਰੀ ਬੇਰੀ ਤੇ ਆ ਹੈ। ਜਿਹੜਾ ਗੁਣ ਜ਼ਿਆਦਾ ਬੰਦੇ ਦੇ ਅੰਦਰ ਹੁੰਦਾ ਨਾ, ਜੇ ਕਾਮ ਵਾਸਨਾ ਦਾ ਗੁਣ ਬੰਦੇ ਦੇ ਅੰਦਰ ਹੈ, ਤੇ ਸਤਿਗੁਰੂ ਜੀ ਨੇ ਉਹਨੂੰ ਹਾਥੀ ਦੇ ਨਾਲ ਤੁਲਨਾ ਦਿੱਤੀ। ਕਾਲ ਬੂਤ ਕੀ ਹਸਤਨੀ ਮਨ ਬੋਰਾ ਰੇ, ਉੱਥੇ ਬਾਂਦਰ ਨਾਲ ਤੁਲਨਾ ਦਿੱਤੀ ਹੈ, ਉਹ ਮਾਫ ਕਰਨਾ ਹਾਥੀ ਨਾਲ ਤੁਲਨਾ ਦਿੱਤੀ ਹੈ। ਦੂਜੇ ਪਾਸੇ ਸਤਿਗੁਰੂ ਜੀ ਕਹਿੰਦੇ ਆ ਕਿ ਅਸਲ ਦੇ ਵਿੱਚ ਚੁਸਤ ਉਹ ਵੀ ਨੇ, ਚਲਾਕ ਉਹ ਵੀ ਨੇ, ਪਰ ਗੱਲ ਇੰਨੀ ਕੁ ਹੈ ਕਿ ਵੀ ਜੋ ਬੰਦਾ ਕਰ ਸਕਦਾ ਨਾ ਉਹ ਜਾਨਵਰ ਨਹੀਂ ਕਰ ਸਕਦੇ। ਉਹ ਕਿਰਤ ਵਿਹਾਰ ਨਹੀਂ ਕਰ ਸਕਦੇ, ਬੰਦਾ ਤੇ ਕਰ ਸਕਦਾ ਹੈ। ਕਈ ਇਹੋ ਜਿਹੇ ਜਿਹੜੇ ਆ ਕਮੀਆਂ ਖਾਮੀਆਂ ਨਹੀਂ ਉਹ ਜਾਨਵਰ ਕਰ ਸਕਦਾ। ਤਾਂ ਹੀ ਬੰਦੇ ਤੇ ਜਾਨਵਰ ਦੇ ਵਿੱਚ ਬੜਾ ਫਰਕ ਰੱਖਿਆ ਹੈ। ਸਤਿਗੁਰੂ ਜੀ ਨੇ ਇਸ ਮਨੁੱਖ ਨੂੰ ਜਿਹੜਾ ਆਪਣੇ ਆਪ ਨੂੰ ਸਿਆਣਾ ਸਮਝਦਾ ਨਾ, ਚਤੁਰ ਸਮਝਦਾ ਹੈ, ਸਤਿਗੁਰੂ ਜੀ ਨੇ ਇਸੇ ਬੰਦੇ ਨੂੰ ਅਵਰ ਜੋਨ ਤੇਰੀ ਪਨਹਾਰੀ ਇਸ ਧਰਤੀ ਮੈਂ ਤੇਰੀ ਸਿਕਦਾਰੀ ਸਰਦਾਰ ਬਣਾਇਆ ਵੀ ਚਤੁਰ ਸਰਦਾਰ ਬੰਦੇ ਨੂੰ। ਸੋ ਮੈਂ ਬੇਨਤੀ ਕਰਾਂ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸ਼ਬਦ ਵਰਤਦੇ ਆ ਚਤੁਰ। ਚਤੁਰ ਦਾ ਅਰਥ ਹੁੰਦਾ ਜੀ ਭਾਵ ਸੁਜਾਨ, ਚਤੁਰ ਸਿਆਣਾ ਮਨੁੱਖ। ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਦਾ ਇੱਕ ਬਚਨ ਬੜਾ ਪਿਆਰਾ ਜਪਜੀ ਸਾਹਿਬ ਵਿੱਚ ਪੜ੍ਹਦੇ ਹੋ, ਬੰਦਾ ਜਿੰਨਾ ਮਰਜੀ ਸਿਆਣਾ ਹੋਵੇ, ਜਿੰਨਾ ਮਰਜੀ ਸਿਆਣਾ ਹੋਵੇ, ਕਹਿੰਦਾ ਆਜਲ ਆਜਲ ਹੋਵੇ। ਸਤਿਗੁਰੂ ਜੀ ਕਹਿੰਦੇ ਆ ਸਹਿ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੈ ਨਾਲ। ਜਿੰਨੀਆਂ ਮਰਜੀ ਸਿਆਣਪਾਂ ਆਪਣੀਆਂ ਸਿਆਣਪਾਵਾਂ ਨੂੰ ਇਹ ਵਰਤਦਾ ਹੋਵੇ, ਹਰੇਕ ਥਾਂ ਤੇ ਭਾਵੇਂ ਉਹਨਾਂ ਦੀ ਵਰਤੋਂ ਕਰਦਾ ਹੋਵੇ, ਤੇ ਸਤਿਗੁਰੂ ਜੀ ਕਹਿੰਦੇ ਨੇ ਨਹੀਂ, ਇੱਕ ਨਾ ਚੱਲੈ ਨਾਲ, ਇੱਕ ਵੀ ਨਹੀਂ ਨਾਲ ਚੱਲਦੀ। ਹੁਣ ਦੂਜੀ ਗੱਲ, ਬੰਦਾ ਕੱਲਾ ਸੰਸਾਰ ਤੇ ਆਪਣੀਆਂ ਚਤੁਰਾਈਆਂ ਨਹੀਂ ਵਰਤਦਾ, ਬੰਦਾ ਕਈ ਵਾਰ ਧਰਮ ਦੇ ਰਾਹ ਤੇ ਤੁਰਦਾ ਹੈ, ਉੱਥੇ ਵੀ ਚਤੁਰਾਈਆਂ ਵਰਤਦਾ ਹੈ। ਰੱਬ ਨੂੰ ਪਾਉਣ ਦੇ ਲਈ ਵੀ ਬੰਦਾ ਚਤੁਰਾਈ ਵਰਤਦਾ ਹੈ। ਬੰਦਾ ਆਪਣੇ ਮਨ ਦੇ ਨਾਲ ਹੀ ਇਹ ਸਮਝੌਤੇ ਕਰ ਲੈਂਦਾ, ਮੈਂ ਆਹ ਕਰਾਂਗਾ ਮੈਨੂੰ ਰੱਬ ਮਿਲ ਜਾਏਗਾ, ਮੈਂ ਇਹੋ ਜਿਹੀ ਚਤੁਰਾਈ ਕਰਾਂਗਾ ਮੈਨੂੰ ਆਹ ਪ੍ਰਾਪਤ ਹੋ ਜਾਏਗਾ। ਸਤਿਗੁਰੂ ਜੀ ਨੇ ਫਿਰ ਸਮਝਾਇਆ, ਚਤੁਰਾਈ ਨਾ ਚਤੁਰ ਭੁਜ ਭਾਈਏ, ਤੇਰੀਆਂ ਚਤੁਰਾਈਆਂ ਦੇ ਨਾਲ ਪਰਮਾਤਮਾ ਨਹੀਂ ਮੰਨਣ ਵਾਲਾ। ਚਤੁਰਾਈ ਕਿਨੇ ਨਾ ਪਾਇਆ, ਗੁਰੂ ਅਮਰਦਾਸ ਮਹਾਰਾਜ ਕਿੰਨੇ ਪਾਇਆ ਚਤੁਰਾਈਆਂ ਦੇ ਨਾਲ। हे चतुर बंदे, जो मैं तुम्हें समझा रहा तू वो समझ। गुरु तेग बहादुर महाराज जी कहते पांच तत्त को तन रचियो।
ਹੁਣ ਜਿਹੜਾ ਬੰਦਾ, ਇੱਕ ਮੈਂ ਛੋਟੀ ਜਿਹੀ ਫਿਰ ਬੇਨਤੀ ਕਰਦਾ, ਬਾਣੀ ਦੇ ਅੰਦਰ ਨਾ ਪੰਜ ਗੁਣਾਂ ਦੀ ਗੱਲ ਚੱਲਦੀ ਹੈ। ਪੰਜ ਨਾਲ ਬੜਾ ਸੰਬੰਧਤ ਹੈ, ਕਿਉਂਕਿ ਸਤਿਗੁਰੂ ਜੀ ਨੇ ਬੜੀ ਗੱਲ ਪੰਜਾਂ ਦੀ ਕੀਤੀ ਹੈ। ਜਿਵੇਂ ਜਪਜੀ ਸਾਹਿਬ ਬਾਣੀ ਦੇ ਵਿੱਚ ਹੀ ਆਪਾਂ ਦੋ ਉਦਾਹਰਨਾਂ ਲੈ ਲਈਏ, ਪੰਜ ਪ੍ਰਵਾਨ, ਪੰਜ ਪ੍ਰਧਾਨ ਦੀ ਪੰਜ ਦੀ ਗੱਲ ਹੁੰਦੀ ਹੈ। ਉਸ ਤੋਂ ਬਾਅਦ ਪੰਜ ਖੰਡਾਂ ਦੀ ਗੱਲ ਹੁੰਦੀ ਹੈ। ਉਸ ਤੋਂ ਬਾਅਦ ਥੋੜਾ ਜਿਹਾ ਫਿਰ ਅਗਾਂਹ ਤੁਰੀਏ, ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਪੰਜ ਗੁਣਾਂ ਦੀ ਗੱਲ ਹੁੰਦੀ ਹੈ। ਉਸ ਤੋਂ ਬਾਅਦ ਹੋਰ ਸੁਣੋ, ਚੇਤੇ ਰੱਖਣਾ ਬਾਣੀ ਦੇ ਅੰਦਰ ਜੋ ਬਾਣੀ ਦੇ ਵਿੱਚ ਕਿਹਾ ਗਿਆ ਪੰਜ ਗੁਣਾਂ ਦੀ ਗੱਲ ਆ ਗਈ। ਫਿਰ ਸਤਿਗੁਰੂ ਜੀ ਪੰਜ ਤੱਤਾਂ ਦੀ ਗੱਲ ਕਰਦੇ ਆ, ਜਿਹੜੀ ਅੱਜ ਆਪਾਂ ਸਾਂਝੀ ਕਰਨੀ ਹੈ। ਇਸ ਤਰ੍ਹਾਂ ਅਲੱਗ-ਅਲੱਗ ਵਿਸ਼ੇ ਜਿਹੜੇ ਆ, ਪੰਜ ਚੇਤੇ ਰੱਖਣਾ ਵਿਕਾਰਾਂ ਦੀ ਗੱਲ ਹੁੰਦੀ ਹੈ। ਇਸ ਤਰ੍ਹਾਂ ਸਤਿਗੁਰੂ ਜੀ ਨੇ ਇੱਥੇ ਪੰਜ ਤੱਤਾਂ ਦੀ ਗੱਲ ਕੀਤੀ ਤੇ ਇਹ ਪੰਜੇ ਤੱਤ ਸਾਡੇ ਗੁਣਾਂ ਦੇ ਆਧਾਰ ਤੇ ਖਲੋਤੇ ਆ। ਅੱਗ, ਪੰਜ ਕਿਹੜੇ ਗੁਣ, ਪੰਜ ਤੱਤ ਕਿਹੜੇ ਆ? ਅੱਗ, ਪਾਣੀ, ਹਵਾ, ਆਕਾਸ਼, ਧਰਤੀ, ਇਹ ਪੰਜ ਤੱਤ ਨੇ। ਇਹਨਾਂ ਪੰਜਾਂ ਤੱਤਾਂ ਨੂੰ ਮਿਲਾ ਕੇ ਸਾਡੀ ਦੇਹੀ ਬਣੀ ਹੋਈ ਹੈ। ਇਹਨਾਂ ਪੰਜਾਂ ਤੱਤਾਂ ਨੂੰ ਮਿਲਾ ਕੇ ਸਾਡੀ ਦੇਹੀ ਬਣੀ। ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਇੱਕ ਬਚਨ ਹੈ ਬੜਾ ਪਿਆਰਾ, ਪੰਜ ਤਤ ਕਰ ਸਭ ਸ੍ਰਿਸ਼ਟ ਸਾਜੀ, ਕੋਈ ਛੇਵਾਂ ਕਰਿਓ ਨਾ ਹੋਏ। ਕੋਈ ਛੇਵਾਂ ਬਣਾਏ। ਇੱਥੇ ਨਾ ਧੰਨ ਗੁਰੂ ਰਾਮਦਾਸ ਮਹਾਰਾਜ ਚੈਲੰਜ ਕਰਦੇ ਆ ਬੰਦੇ ਨੂੰ, ਜਾਂ ਕਹਿ ਲਈਏ ਅੱਜ ਦੇ ਸਮੇਂ ਦੇ ਅੰਦਰ ਜਿਹੜੇ ਕਹਿੰਦੇ ਅਸੀਂ ਬੜੇ ਵਿਗਿਆਨੀ ਆ, ਜਾਂ ਕਹਿੰਦੇ ਅਸੀਂ ਬੜੇ ਗਿਆਨੀ ਆ, ਗਿਆਨਵਾਨ, ਉਹਨਾਂ ਵਿਗਿਆਨ ਜਾਂ ਕਹਿ ਲਈਏ ਸਾਇੰਸ ਦੀ ਖੋਜ ਕਰਨ ਵਾਲੇ, ਉਹ ਤਾਂ ਇਸ ਗੱਲ ਨੂੰ ਅਜੇ ਵੀ ਨਹੀਂ ਮੰਨਦੇ। ਗੁਰੂ ਰਾਮਦਾਸ ਮਹਾਰਾਜ ਸਤਿਗੁਰੂ ਉਹਨਾਂ ਲੋਕਾਂ ਨੂੰ ਚੈਲੰਜ ਕਰਦੇ ਆ ਕਿ ਜੇ ਤੁਹਾਨੂੰ ਛੇਵਾਂ ਲੱਭ ਜਾਏ ਨਾ ਤਾਂ ਮੈਨੂੰ ਦੱਸ ਦਿਓ, ਹੋਏਗਾ ਤੇ ਲੱਭਣਗੇ। ਹੁਣ ਇਸ ਗੱਲ ਤੇ ਸਾਨੂੰ ਤੇ ਭਰੋਸਾ ਹੈ ਨਾ, ਜੋ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਹਿ ਦਿੱਤਾ, ਗੁਰਬਾਣੀ ਨੇ ਕਹਿ ਦਿੱਤਾ, ਇਹਦਾ ਮਤਲਬ ਕਿ ਪੰਜ ਹੀ ਹੈ। ਇੱਕੋ ਧਰਮ ਹੈ ਜਿਹੜਾ ਚਾਰ ਤੱਤਾਂ ਨੂੰ ਮੰਨਦਾ ਹੈ, ਪੰਜਵੇਂ ਨੂੰ ਨਹੀਂ ਮੰਨਦਾ। ਮੁਸਲਮਾਨ ਧਰਮ ਜਿਹੜਾ ਉਹ ਚਾਰ ਤੱਤ ਮੰਨਦਾ ਹੈ, ਪੰਜ ਨਹੀਂ ਮੰਨਦਾ। ਬਾਕੀ ਜਿੰਨੇ ਧਰਮ ਆ ਉਹ ਸਾਰੇ ਪੰਜ ਤੱਤਾਂ ਨੂੰ ਮੰਨਦੇ ਆ, ਪਰ ਇਹ ਵੀ ਮੰਨਦੇ ਆ ਨਾਲ ਪੰਜ ਤੱਤਾਂ ਤੋਂ ਇਹ ਜਿਹੜਾ ਤਨ ਬਣਿਆ। ਹੁਣ ਚੇਤੇ ਰੱਖਣਾ ਦੂਜੀ ਗੱਲ, ਜੋ ਕੁਝ ਪੰਜ ਤੱਤਾਂ ਦਾ ਸਾਜਿਆ ਹੋਇਆ ਸਾਡੇ ਅੰਦਰ ਹੈ ਉਹ ਕੀ ਬਾਹਰ ਨਜ਼ਰ ਆ ਰਿਹਾ ਹੈ। ਹਵਾ ਬਾਹਰ ਵੀ ਹੈ, ਹਵਾ ਸਾਡੇ ਅੰਦਰ ਵੀ ਹੈ। ਹਵਾ ਦਾ ਸੰਬੰਧ ਸਾਡੇ ਬੋਲ ਨਾਲ ਹੈ। ਆਪਾਂ ਹਵਾ ਦੇ ਕਾਰਨ ਹੀ ਬੋਲ ਰਹੇ ਹਾਂ। ਜੇ ਸਾਡੇ ਅੰਦਰ ਹਵਾ ਨਹੀਂ, ਦੇਖੋ ਛੋਟੀ ਜਿਹੀ ਉਦਾਹਰਨ ਲੈ ਲਓ, ਆਵਾਜ਼ ਹੈ ਮੇਰੇ ਅੱਗੇ ਪਿਆ, ਰਾਗੀ ਸਿੰਘ ਇੱਕ ਘੁਮਾਉਂਦੇ ਆ, ਇਹਦੇ ਅੰਦਰ ਹਵਾ ਭਰਦੇ ਆ, ਸੁਰ ਨਿਕਲਦੀ ਹੈ। ਧਿਆਨ ਨਾਲ ਸੁਣੋ, ਸੁਰ ਨਿਕਲਦੀ ਹੈ। ਜੇ ਇਹਦੇ ਅੰਦਰ ਉਹ ਹਵਾ ਨਾ ਭਰੇ, ਪੰਪ ਨਾ ਕਰੇ, ਕੀ ਇਹ ਬੋਲੇਗਾ? ਕਦੀ ਨਹੀਂ ਬੋਲੇਗਾ। ਗੁਰੂ ਅਮਰਦਾਸ ਮਹਾਰਾਜ ਜੀ ਦਾ ਬਚਨ, ਗੁਰੂ ਅਰਜਨ ਦੇਵ ਮਹਾਰਾਜ ਜੀ ਹੁਣ ਇਹਨੂੰ ਖੋਲਦੇ ਆ, ਇਸ ਹਵਾ ਦੇ ਹਵਾ ਦੇ ਤੱਤ ਨੂੰ। ਜੇ ਹਵਾ ਸਾਡੇ ਅੰਦਰ ਹੈ, ਹਵਾ ਬਾਹਰ ਵੀ ਹੈ ਤੱਤ। ਸਤਿਗੁਰੂ ਜੀ ਨੇ ਬਾਹਰ ਦੀ ਗੱਲ ਕਰਦੇ ਸਾਨੂੰ ਅੰਦਰ ਦੀ ਜੁਗਤੀ ਸਿਖਾ ਦਿੱਤੀ। ਸਤਿਗੁਰੂ ਜੀ ਕਹਿੰਦੇ ਹਰ ਜੀਉ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ। ਵੇਖੋ ਧਿਆਨ ਦਿਓ, ਪਵਨ ਦੀ ਗੱਲ ਕਰਦੇ ਆ। ਹਰ ਜੀਉ ਇਹ ਰੱਖਿਆ ਕਿਨੇ? ਇਹ ਕੋਈ ਬੰਦਾ ਤਾਂ ਨਹੀਂ। ਬੰਦਾ ਕਿੰਨੀ ਕੁ ਚਿਰ ਮਰ ਚੁੱਕੇ ਸਰੀਰ ਨੂੰ ਹਵਾ ਦੇਗਾ, ਕਿੰਨਾ ਕੁ ਚਿਰ ਪੰਪ ਕਰੇਗਾ? ਜਿਹੜਾ ਬੰਦਾ ਡੈਡ ਹੋ ਗਿਆ, ਜਿਹੜਾ ਬੰਦਾ ਜ਼ੀਰੋ ਹੋ ਗਿਆ, ਖਤਮ ਹੋ ਗਿਆ, ਕਿੰਨੂ ਕੁ ਦੇਰ ਹਵਾ ਦੇ ਕੇ ਪੰਪ ਦੇ ਕੇ ਉਹਨੂੰ ਆਪਾਂ ਜਿੰਦਾ ਕਰਨ ਦੀ ਕੋਸ਼ਿਸ਼ ਕਰਾਂਗੇ? ਨਹੀਂ, ਕਰ ਨਹੀਂ ਸਕਦੇ ਆਪਾਂ। ਪਰ ਚੇਤੇ ਰੱਖਣਾ, ਸਤਿਗੁਰੂ ਜੀ ਕਹਿੰਦੇ ਬੰਦਿਆ, ਇਹ ਸਰੀਰ ਚੱਲ ਰਿਹਾ ਤੇ ਰੱਬ ਦੇ ਕਾਰਨ ਚੱਲ ਰਿਹਾ, ਕਿਉਂਕਿ ਰੱਬ ਨੇ ਉਹ ਤੱਤ ਇਹਦੇ ਅੰਦਰ ਪਾਇਆ ਹੋਇਆ ਹੈ, ਜਿਹਨੂੰ ਸਤਿਗੁਰੂ ਜੀ ਕਹਿੰਦੇ ਪੰਜ ਤੱਤ ਕੋ ਇਹ ਤਨ ਰਚੋ। ਮੈਂ ਸਿਰਫ ਹਵਾ ਦੀ ਗੱਲ ਤੁਹਾਡੇ ਨਾਲ ਕਰ ਰਿਹਾ। ਹਵਾ ਹਰ ਜੀਉ ਗੁਫਾ ਅੰਦਰ ਰੱਖ ਕੇ ਬਾਜਾ ਪਾਉਣ ਵਜਾਇਆ ਬਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ। ਇਸੇ ਤੋਂ ਹੀ ਨੌ ਦੁਆਰੇ ਪ੍ਰਗਟ ਹੋਇਆ। ਨੌ ਦੁਆਰੇ ਪ੍ਰਗਟ ਕੀਏ।
सतगुरु जी कहते आ है तेरे शरीर की कहानी, पहला गुण इहदे विच हवा। सतगुरु जी कहते दूजा पानी, पानी तो बिना चल सकता जी बंदा। ते मैं अज एक बड़ी वधिया किताब पढ़दा सी साइंस दे नाल संबंधित, साइंस च गल करदी है आ तुहाडे मूंह दी जिहड़ी लार हुंदी है ना गिल्लापन, जे ए ना होवे ते बंदा एक पल नहीं जी सकदा, एक पल नहीं जी सकदा, मर जाएगा। दूजी गल साडे शरीर दे अंदर 75% पानी है ते बाहर जदों आपां वेखदे आ बाहर भी इन्ना ही है, बाहर किहड़ा घट है, जो बाहर है वो साडे अंदर है, जो साडे अंदर है वो बाहर है। जे बंदा सतगुरु जी दी बाणी कहंदी पानी ना पीवे तां हो सकदा है कि भी 10 या 15 दिन जिंदा रह मरदा है, क्योंकि सतगुरु जी ने सब तो पहली खुराक जिहदे कारण बंदा जिंदा रह सकदा है वो पानी नूं मंनिया। पानी पानी नूं इस गल दी तरजीह दित्ती है, पहला पानी जियो है जित हरिया संसार। सतगुरु जी दा वचन है ना, सतगुरु जी कहंदे पहला दूजा पानी, पानी करके तू तुरिया फिरदा, जे पानी ना होवे तां सतगुरु जी कहंदे सब कुछ खत्म हो जाए। इस करके पांच तत्व को तन रचियो जानो चतुर सजान। आपां फिर कदी सांझी करांगे कल कोई गल, सिर्फ इन्नी को बेनती करदा, कल्ला 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 जिहड़ा औखा हो जाएगा मेरे लई। बेनती करा पांच तत्व को तन रचियो जानो चतुर सुजान। हे चतुर बंदे जिस देही दा तू हंकार करदा ना, जिस देही दा तू माण करदा है, जिहदे कारण खुलिया ने तुरिया फिरदा भज्जा फिरदा, सतगुरु जी कहंदे सिर्फ पंज तत्तां दा खेड़ है। जिद्दण मौत आई पंज तत्त जिहड़े आ ओह पंज तत्तां विच मिल जाणगे, तेरा पता नहीं लगना तू कित्थे गया। बस इन्नी को खेड़ है। तां ही सतगुरु जी शब्द वरतदे आ चतुर सियाणिया, ध्यान नाल इस गल नूं सुजाण बंदे, ध्यान नाल इस गल नूं समझ कि भी कोई वड्डी गल नहीं है। सतगुरु जी कहंदे आ इह तां मैल दे नाल भरिया पिया शरीर है बंदिया, किहदे ते माण करदा तू, किहदे ते माण करेगा तू। हुण वेखो एक मैं उदाहरण दियां, सतगुरु जी दी बाणी कहंदी है पानी मैला माटी गोरी, है ना जी। उत्थे ये गल करदे जे बंदा उन्हां ने कि मैल ते मैल तां साडे अंदर है, मैल तो ही आपां पैदा होए आ, मैल दे विच ही रहने आ, सारी जिंदगी साडी मैल लांदे लंघ जांदी है। किहदे ते माण करदे आपां फिर इस मैल भरे शरीर दे उत्ते। बाहरों भावें पोचा ला ले, अंदर ते फिर भी मैल ही है। अंदर तां फिर इहो हाड़ मास नाड़ी को पिंजर पंखी बसा विचारा, बसदा ते उस मैल दे अंदर ही है। हुण मैं एक बेनती एक उदाहरण दा इहनूं समझिओ, ए दा उद्धार करन वाले पंज तत्तां दे, है ना जी, इस बने होए ढांचे दा उद्धार करन वालियां ने हुण तक लोकां ने कमल नूं बड़ी तरजीह दित्ती है। कमल दा फुੱਲ बाणी दे विच भी हुंदा है, चरण कमल तेरे धोए धोए धोए, क्योंकि बड़ा साफ मन्निया जांदा। कमल नूं बड़ी तरजीह है। मुखार बिंद बिंद दा अर्थ हुंदा है कमल, मुखार कमल वर्गा मुख, गुरु दे लिए आपां शब्द वरतदे आ। कमल नैन अखां नूं भी कमल दे नाल तुलना दित्ती है। तुहानूं पता है कि ओह कमल उगदा कित्थे है? आप जी ने वेख्या होगा कमल दा फुੱਲ जिन्नू बंदा हरेक चीज दे नाल तरजीह दे रहा है, गुरबाणी दे अंदर गुरु दियां अखां दे नाल तरजीह दे दित्ती, गुरु दे चरनां दे नाल तरजीह दे दित्ती। संसार ने उहनूं सोहना जाके मन्निया ते सतगुरु जी कहंदे बंदिया उस कमल दी उपज वेख कितों होई, एक पानी मैले तो एक चिक्कड़ दे विच वो पैदा हुंदा है, पर तां वी संसार उहनूं जिहड़ा है बड़ा प्यार करदा है, मोया जांदा है। बस ये तां उदाहरण लई जिहदा तू हंकार करदा सिर्फ मैल तो वध होर कुछ भी नहीं है, कुछ भी नहीं है। इस करके सतगुरु जी कहंदे पांच तत्त को
ਤਨ ਰਚਿਓ, ਇਹ ਜਗ ਦੀ ਰਚਨਾ ਹੈ। ਸਤਿਗੁਰੂ ਜੀ ਕਹਿੰਦੇ ਆ ਨਾ ਬਾਣੀ ਦੇ ਅੰਦਰ, ਰਚ ਰਚਨਾ ਆਪਣੀ ਕਲ ਧਾਰੀ। ਇਹ ਤਾਂ ਰਚਨਾ ਰੱਬ ਦੀ ਬਣਾਈ ਹੋਈ ਹੈ, ਤੇ ਰੱਬ ਦੀ ਬਣਾਈ ਹੋਈ ਰਚਨਾ ਦੇ ਵਿੱਚ ਕੀ ਕੁਝ ਵਰਤ ਰਿਹਾ ਹੈ, ਕੀ ਕੁਝ ਬਣ ਰਿਹਾ ਹੈ, ਇਹ ਚੇਤੇ ਰੱਖਣਾ। ਸੰਸਾਰ ਦਾ ਨਾ ਤੇ ਵਿਗਿਆਨੀ ਅੰਦਾਜ਼ੇ ਲਾ ਸਕਦਾ ਹੈ, ਤੇ ਨਾ ਹੀ ਸੰਸਾਰ ਦਾ ਗਿਆਨੀ ਅੰਦਾਜ਼ੇ ਲਾ ਸਕਦਾ ਹੈ। ਗਿਆਨੀ ਬੰਦਾ ਗਿਆਨਵਾਨ, ਸੂਝਵਾਨ, ਅਧਿਆਤਮਤਾ ਦੇ ਤਲ ਤੇ ਜਾਣ ਵਾਲਾ ਬੰਦਾ ਸਿਰਫ ਇਹਦੇ ਬਾਰੇ ਸਮਝ ਸਕਦਾ ਹੈ। ਮੈਂ ਇੱਕ ਹੋਰ ਬੇਨਤੀ ਤੁਹਾਡੇ ਚਰਨਾਂ 'ਚ ਕਰਦਾ, ਜਿਹੜੇ ਬੰਦੇ ਅਧਿਆਤਮ, ਵੇਖੋ ਤੁਸੀਂ ਨਾ ਰਾਮਕਲੀ ਰਾਗ ਪੜ੍ਹੋ, ਜੋਗੀਆਂ ਦੇ ਨਾਲ ਸੰਬੰਧਿਤ ਰਾਗ ਹੈ। ਉਸ ਰਾਗ ਦੇ ਅੰਦਰ ਗੱਲ ਹੀ ਉਹ ਸਰੀਰ ਦੀ ਕਰਦੇ ਆ। ਜਿਹੜੇ ਅਧਿਆਤਮਿਕ ਤਲ ਤੇ ਜਿਉਂਦੇ ਆ, ਉਹ ਸਰੀਰ ਦੀ ਕੱਲੀ ਕੱਲੀ ਨਾੜੀ ਦੇ ਸੂਝਵਾਨ ਹੋ ਜਾਂਦੇ ਆ। ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਕਿਹੜੀ ਨਾੜੀ ਕਿੱਥੇ ਜਿਉਂਦੀ ਹੈ, ਕਿਹੜੀ ਨਾੜੀ ਦਾ ਕਿਹੜਾ ਕਰਮ ਹੈ। ਹੁਣ ਉਹਨਾਂ ਨੇ ਤਾਂ ਕੋਈ ਐਕਸਰਾ ਕਰਕੇ ਨਹੀਂ ਨਾ ਵੇਖਿਆ। ਹੁਣ ਜਿਹੜੇ ਹੁੰਦੇ ਆ ਨਾ ਬੰਦੇ ਜਿਨ੍ਹਾਂ ਨੇ ਜਾਣ ਕੇ ਵਿੱਚ ਸਿੰਘ ਡਾਉਣੇ, ਉਹ ਤਾਂ ਇਹ ਵੀ ਗੱਲ ਕਹਿੰਦੇ ਆ ਵੀ ਤੁਸੀਂ ਕਹਿੰਦੇ ਹੋ ਕਿ ਵੀ ਬੱਚਾ ਉਧਰ ਦੇ ਅੰਦਰ ਸਿਮਰਨ ਦੇ ਵਿੱਚ ਜੁੜਿਆ ਹੁੰਦਾ, ਸਾਨੂੰ ਸਿੱਧ ਕਰਕੇ ਤੇ ਵਿਖਾਓ। ਹੁਣ ਉਹਨਾਂ ਨੂੰ ਭੋਲਿਆਂ ਨੂੰ ਕਿਹੜਾ ਸਮਝਾਵੇ ਕਿ ਵੀ ਗੁਰਬਾਣੀ ਇਹ ਗੱਲ ਕਹਿੰਦੀ ਹੈ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉ ਮਨੁ ਵਿਸਾਰੀ ਹੈ, ਜਾਂ ਆਪਾਂ ਕਹਿੰਦੇ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰੱਬ ਰਹਾਰੇ। ਹੁਣ ਉਹ ਕਿੱਥੋਂ ਉਹ ਐਕਸਰਾ ਕਰਕੇ ਵਿਖਾਈਏ ਕਿ ਵੀ ਰੱਬ ਰੱਖਦੀ, ਤਾਂ ਸਮਝਣ ਦੀ ਗੱਲ ਹੈ ਨਾ। ਇਹ ਤਾਂ ਅਧਿਆਤਮਿਕ ਦਾ ਤਲ ਤੇ ਜਾਣ ਵਾਲਾ ਬੰਦਾ ਉਹੀ ਦੱਸੇਗਾ ਨਾ ਕਿ ਵੀ ਅਸਲ ਦੇ ਵਿੱਚ ਹਾਂ ਰੱਬ ਨਾਲ ਜੁੜਿਆ। ਅੱਜ ਦੇ ਵਿਗਿਆਨੀ ਸਿਰਫ ਚੇਤੇ ਰੱਖਣਾ ਸਵਾਲ ਕਰ ਸਕਦੇ ਆ, ਜਵਾਬ ਦੇਣੇ ਬੜੇ ਵੱਡੇ ਆ। ਕਿਉਂ ਜਵਾਬ ਹੀ ਨਹੀਂ ਇਹਨਾਂ ਗੱਲਾਂ ਦਾ। ਹੁਣ ਕਿਵੇਂ ਵਿਖਾਵੇ ਕੋਈ ਕਿਸੇ ਨੂੰ ਕੰਡਾ ਚੌਂਕ ਕੇ ਪੀੜਾ ਹੁੰਦੀ ਆ, ਉਹ ਕਿੱਥੇ ਹੁੰਦੀ ਹੈ, ਦਰਦ ਕਿਤੇ ਵਿਖਾ ਮੈਨੂੰ, ਕਿਉਂਕਿ ਪੀੜਾ ਵੇਖੀ ਨਹੀਂ ਜਾਂਦੀ, ਉਹਨੂੰ ਮਹਿਸੂਸ ਕੀਤਾ ਜਾਂਦਾ ਹੈ। ਪੰਜ ਤੱਤਾਂ ਦੇ ਅੰਦਰ ਰਹਿਣ ਵਾਲਾ ਆਪਣੇ ਅੰਦਰ ਨੂੰ ਮਹਿਸੂਸ ਕਰ ਲੈਂਦਾ ਹੈ ਕਿ ਮੇਰੇ ਅੰਦਰ ਕੀ ਵਰਤਦਾ ਹੈ। ਰਚ ਰਚਨਾ ਹੈ ਨਾ, ਉਹਦੀ ਰਚਨਾ ਨੂੰ ਸਮਝਣਾ ਹੁੰਦਾ ਹੈ, ਉਹਦੀ ਰਚਨਾ ਨੂੰ ਮਹਿਸੂਸ ਕਰਨਾ ਹੁੰਦਾ ਹੈ। ਪਰ ਜਿਹੜਾ ਮਹਿਸੂਸ ਨਹੀਂ ਕਰਦਾ, ਉਹ ਸਿਰਫ ਚੇਤੇ ਰੱਖਣਾ ਸਵਾਲਾਂ ਵਿੱਚ ਜ਼ਰੂਰ ਕਰ ਜਾਂਦਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ, ਪਾਠ ਤਤ ਕੋ ਤਨ ਰਚਿਓ, ਜਾਨੋ ਚਤੁਰਤ ਸੁਜਾਨ, ਜੇ ਤੇ ਉਪਜਿਓ ਨਾਨਕਾ। ਅਗਲੀ ਗੱਲ, ਜਿਸ ਤੋਂ ਪੈਦਾ ਹੋਇਆ। ਹੁਣ ਚੇਤੇ ਰੱਖਣਾ, ਭਗਤ ਕਬੀਰ ਜੀ ਦਾ ਇੱਕ ਬਚਨ ਹੈ। ਭਗਤ ਕਬੀਰ ਜੀ ਕਹਿੰਦੇ ਆ, ਇਹ ਤਾਂ ਗੱਲ ਸੁਭਾਵਕ ਹੈ ਕਿ ਆਤਮਾ ਪਰਮਾਤਮਾ ਦਾ ਮੇਲ ਹੈ। ਇਹਦੀ ਵੀ ਗੱਲ ਸਤਿਗੁਰੂ ਜੀ ਕਰਦੇ, ਆਤਮਾ ਪਰਮਾਤਮਾ ਦਾ ਮੇਲ ਹੈ। ਹਾਲਾਂਕਿ ਕੁਝ ਧਰਮ ਇਹੋ ਜਿਹੇ ਜਿਹੜੇ ਇਸ ਗੱਲ ਨੂੰ ਨਹੀਂ ਮੰਨਦੇ ਕਿ ਵੀ ਆਤਮਾ ਪਰਮਾਤਮਾ ਦਾ ਮੇਲ, ਉਹ ਕਈ ਤਾਂ ਆਤਮਾ ਹੀ ਨਹੀਂ ਮੰਨਦੇ ਕਿ ਆਤਮਾ ਹੁੰਦੀ ਹੋਈ ਨਹੀਂ। ਪਰ ਸਿੱਖ ਜਗਤ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜਿੱਥੇ ਪਰਮਾਤਮਾ ਦੀ ਗੱਲ ਕੀਤੀ ਹੈ, ਉੱਥੇ ਆਤਮਾ ਦੀ ਗੱਲ ਕੀਤੀ ਹੈ। ਰੋਜ਼ ਆਪਾਂ ਪੜ੍ਹਦੇ ਹਾਂ, ਸਭ ਮੈਂ ਜੋਤ, ਜੋਤ ਹੈ ਸੋਏ ਇਸ ਦਾ ਚਾਨਣ, ਸਭ ਮੈਂ ਚਾਨਣ ਹੋਏ। ਤੇ ਸਤਿਗੁਰੂ ਜੀ ਜੇ ਇਹ ਗੱਲ ਕਰਦੇ ਆ, ਜੋਤੀ ਮੈਂ ਜੋਤ ਰਲ ਜਾਣਦੀ ਹਨਾ ਜੀ, ਤੇ ਉੱਥੇ ਨਾਲ ਇਹ ਵੀ ਗੱਲ ਕਰਦੇ ਆ ਸਤਿਗੁਰੂ ਜੀ ਕਹਿੰਦੇ ਆ, ਪੰਜ ਤੱਤ ਜਿਹੜੇ ਆ ਇਹਨਾਂ ਨੇ ਇੱਥੇ ਰਲਣਾ ਹੈ। ਆਕਾਸ਼ ਦਾ ਗੁਣ ਆਕਾਸ਼ ਵਿੱਚ ਰਲ ਜਾਏਗਾ, ਮਿੱਟੀ ਦਾ ਗੁਣ ਮਿੱਟੀ ਵਿੱਚ ਰਲ ਜਾਏਗਾ, ਪਾਣੀ ਦਾ ਤੱਤ ਪਾਣੀ ਵਿੱਚ ਰਲ ਜਾਏਗਾ। ਇਸ ਤਰ੍ਹਾਂ ਹਵਾ ਦਾ ਤੱਤ ਪਵਨ ਹੈ, ਮੈਂ ਪਵਨ ਸਮਾਇਆ, ਪਵਨ ਵਿੱਚ ਸਮਾ ਜਾਏਗੀ। ਅੱਗ ਜਿਹੜੀ ਹੈ ਅੱਗ ਵਿੱਚ ਸਮਾ ਜਾਏਗੀ। ਸਤਿਗੁਰੂ ਜੀ ਕਹਿੰਦੇ ਪਿੱਛੇ ਰਹੇਗਾ ਕੀ, ਰਹੇਗਾ ਹੱਡੀਆਂ ਦਾ ਢਾਂਚਾ, ਉਹਨੂੰ ਲੋਕ ਬਾਅਦ ਵਿੱਚ ਚੁਗਦੇ ਫਿਰਨਗੇ। ਨਾ ਹਵਾ ਹੱਥੇ ਆਈ, ਨਾ ਆਕਾਸ਼ ਹੱਥੇ ਆਇਆ, ਨਾ ਅੱਗ ਹੱਥੇ ਆਈ, ਤੇ ਨਾ ਹੀ ਚੇਤੇ ਰੱਖਣਾ ਪਾਣੀ ਹੱਥੇ ਆਇਆ। ਸਿਰਫ ਬੰਦੇ ਨੂੰ ਹੱਥੇ ਆਇਆ ਕਿ ਮੁੱਠ ਹੱਡੀਆਂ ਦੀ, ਉਹ ਵੀ ਜਦੋਂ ਰਾਖ ਹੋ ਗਿਆ ਤੇ ਚੁਗ ਲਈ ਆ ਤੇ ਆਇਆ ਬੰਦੇ ਨੂੰ। ਬਸ ਇੰਨਾ ਹੁੰਦਾ, ਉਹ ਥੇਲੇ ਵਿੱਚ ਉਹਨੇ ਨੂੰ ਬੰਨ ਕੇ ਬੰਦਾ ਲੈ ਕੇ ਤੁਰਿਆ ਫਿਰਦਾ, ਜਿੱਥੇ ਮਰਜ਼ੀ ਤੁਰਿਆ ਫਿਰੇ, ਕੀ ਪਾਇਆ ਰਹਿ ਗਈ ਉਹਦੀ। ਤੇ ਸਤਿਗੁਰੂ ਜੀ ਕਹਿੰਦੇ ਆ, ਜੇ ਤੇ ਉਪਜਿਓ ਨਾਨਕਾ, ਜਿਸ ਤੋਂ ਉਪਜਿਆ ਉਹਦੇ ਵਿੱਚ ਲੀਨ ਹੋ ਜਾਏਗਾ। ਪਰ ਸਤਿਗੁਰੂ ਜੀ ਗੁਰੂ ਤੇਗ ਬਹਾਦਰ ਮਹਾਰਾਜ, ਬੜੀ ਪਿਆਰੀ ਪ੍ਰੀਤੀ ਸਤਿਗੁਰੂ ਜੀ ਦੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਸਤਿਗੁਰੂ ਜੀ ਕਹਿੰਦੇ ਬੰਦਿਆ, ਇਸ ਤੋਂ ਪਹਿਲਾਂ ਤੇਰੇ ਅੰਦਰ ਦੇ ਪੰਜ ਤੱਤ ਪੰਜ ਤੱਤਾਂ ਵਿੱਚ ਲੀਨ ਹੋਣ,
सुनियो ध्यान दे नाल, इस तो पहला तू मरे तेनू मौत आवे, तेरे पंज तत्त पंज तत्तां विच लीन होण, तू उस तो पहला रब विच लीन हो जा। एक जिहड़ी पंक्ति मैं तुहाडे नाल सांझी करन लगा सां, नानक लीन भयो गोबिंद सिओ, ये जिउंदियां दीयां गल्लां ने, मरियां विचों पता पता ये तां रब विच आना जी समा गया, लीन हो गया, भावें आना जी कुछ भी होया होवे, नानक इवें ना जापी किता जाए समाज पर। गुरु तेग बहादुर महाराज जी कहंदे नहीं, मरण तो बाद दी गल नहीं करदा, मैं जिउंदे जी हुण लीन रब विच समा जाण दी गल करदा। जिउंदे जी भी समाया जा सकदा है। हां, गुरु तेग बहादुर महाराज कह रहा, नानक लीन पयो, सतगुरु जी दा बचन जिहड़ा, गुर किरपा जे नर को कीनी, ते ए जुगत पछानी, जिदे ते गुरु किरपा करदे सतगुरु गुरु तेग बहादुर महाराज कहंदे ओनू इस जुगती दा पता लग जांदा है, ते जेड़ा इस जुगती नू समझ लैंदा है। गुरु तेग बहादुर महाराज कहंदे नानक लीन भयो गोबिंद सिओ, जो पानी संग पानी, जिवें पानी विच पानी समा गया हना जी। ये ते तत्त बाहर दे ने, कोई तत्त साडे अंदर ने, ये बाहर कुदरत दे नाल संबंधित ने, कुदरत दे विच समा जाणगे। पर आ जिहड़ा साडे अंदर दा आत्मा रूपी तत्त है, ये किथे लीन होएगा? गल तां ये सतगुरु गुरु तेग बहादुर महाराज करदे आ, ते सतगुरु जी कहंदे बंदिया तैनूं जुगती नहीं आई, मैं तैनूं जुगती दसदा, जिवें पानी पानी विच समा गया, ज्योति विच जोत रल गई, पवन मैं पवन समा गया। इन्हां दे समाउण तों पहिलां तूं धन गुरु नानक महाराज जी दे विच समा जा, तू परमात्मा विच समा जा। कल नूं कोई कवे ना तूं मर गया ते हड्डियां चुक के तुरे फिरे, आखेगा कहण वाला कहेगा नहीं, राम कबीरा एक भए हैं, आ लीन होया वालियां दी गल है, जिहदी गल करदे आ। जे तू जो नानका लीन ताकि मैं मान, लीन किहदे विच होना है? उत्ते सतगुरु जी कहंदे जिहड़े लीन होए आ, किते उन्हां नूं पुछ लै, उन्हां ने आख्या राम कबीरा एक भए हैं, होए ना सकै पछानी। हुण सतगुरु जी कहंदे किन्नू आखेगा कबीर ते किन्नू आखेगा निरंकार, निरंकार ते कबीर दोवें एक हो गया। हुण दोवां दे विच कोई भेदता है? कोई भेदता नहीं। जिवें पानी पानी विच पा दईए, भेद नहीं लभ्या जा सकदा। अग दे विच अग जोत जला दईए, दो दीवियां नूं जोड़ के जोत एक हो जाती है। सतगुरु जी कहंदे आ जिहड़ा रब विच समा जांदा है, निरंकार विच समा जांदा, फिर वो एक हो जांदा है, ਉਹਦੇ ਵਿੱਚ ਕੋਈ ਦੁਰਾਵਾਂ ਨਹੀਂ ਰਹਿੰਦਾ। ਤੇ ਰੋਜ਼ ਸਤਿਗੁਰ ਸਾਨੂੰ ਇੱਕ ਗੁਰ ਦੀਆਂ ਹੀ ਗੱਲਾਂ ਸਿਖਾਉਂਦੇ ਆ, ਬੰਦਿਆ ਇੱਕ ਹੋ ਜਾ, ਉਹਦੇ ਵਿੱਚ ਸਮਾ ਜਾਏਗਾ। ਕਿਉਂਕਿ ਰੱਬ ਇੱਕ ਹੈ, ਉਹਨੇ ਤੇਰੇ ਵਰਗਾ ਵੀ ਕੋਈ ਪੈਦਾ ਨਹੀਂ ਕੀਤਾ। ਰੱਬ ਦੀ ਜੇ ਆਪਾਂ ਗੱਲ ਕਰਦੇ ਹਾਂ, ਕੁਦਰਤ ਵਿੱਚ ਰਹਿੰਦੇ ਆ, ਤੇ ਜੇ ਤੇਰੇ ਕੋਲ ਸਾਡੇ ਵਰਗਾ ਜੋ ਸਾਡਾ ਹਨਾ ਜੀ, ਆਪਾਂ ਜਿੱਥੇ ਅੰਗੂਠਾ ਲਾਉਂਦੇ ਆ ਦੂਜਾ ਲਾਵੇ, ਉਹ ਨਹੀਂ ਨਾ ਮਸ਼ੀਨ ਚੁੱਕਦੀ, ਸਾਡੇ ਵਰਗਾ ਵੀ ਰੱਬ ਨੇ ਬਣਾਇਆ। ਇਸ ਕਰਕੇ ਜੋ ਚੀਜ਼ ਬੰਦੇ ਦੇ ਅੰਦਰ ਪਾਈ ਆ, ਦੂਜੇ ਦੇ ਵਿੱਚ ਨਹੀਂ ਪਾਈ। ਹਾਂ, ਖੂਨ ਇੱਕ ਹੋ ਸਕਦਾ ਹੈ, ਚਿਹਰੇ ਇੱਕ ਹੋ ਸਕਦੇ ਨੇ, ਸਰੀਰ ਦੀ ਬਣਾਵਟ ਇੱਕ ਹੋ ਸਕਦੀ ਹੈ, ਪਰ ਚੇਤੇ ਰੱਖਣਾ ਅੰਦਰ ਜਿਹੜੇ ਆ ਉਹ ਕਿਸੇ ਦਾ ਇੱਕ ਨਹੀਂ ਜੇ ਹੁੰਦਾ, ਸਭ ਅਲੱਗ सिस्टम बनाया। रब दा सिस्टम बड़ा और तरह दा है, समझना बड़ी औखी घट ही है। सिर्फ इन्नी को बेनती करा, पांच तत्त को तन रचियो, जानो चतुर सुजान, हे चतुर सियाणे बंदे, इस गल नूं अपनी हिरदे च पा लै। पंज तत्तां दा तन रचिया। दूजी गल, जे ते उपजो नानका लीन ताही मैं, मान जिहदे विचों पैदा होया गया नानक ओहदे विच ही लीन हो जाएगा। सो इन्नी को बेनती प्रवान करियो। धन गुरु धन गुरु तेग बहादुर महाराज जी का यह पावन वचन जिन्नी को मैनूं समझ सी, उस समझ के आधार ते मैं तुहाडे नाल गल सांझी कर लई। मैं दो तत्तां दी गल सांझी कीती है, पर अगां जाके बाकी जिहड़े तत्त आ ओह भी मैं नाल नाल तुहाडे नाल सांझे करांगा। इन्नी को बेनती प्रवान करो जी, भुल्लां दी खिमा। वाहिगुरू जी का खालसा, वाहिगुरू जी की फतेह। राम कली महला तीजा।